सतनाम श्री वाहिगुरु साहिब जी। तेरे कवन कवन गुण कह कह गावा, तू साहिब गुणी निधाना। तुमरी महिमा बरन न सको, तू ठाकुर ऊंच भगवान। तुमरी महिमा बरन न सको, तू ठाकुर ऊंच भगवान। वाहिगुरु साहिब जी कंधे उत्ते रुखड़ा, किचरक बन्ने तीर। फरीदा कच्चे भांडे रखिए, किचर ताई नीर। फरीदा कच्चे भांडे रखिए, किचर ताई नीर। फरीदा महल निसखण रह गए, वासा आया तल। गोरा से निमाणिया, बैसन रूहा मल। आखी शिखा बंदगी, चलन अज के कल। आखी शिखा बंदगी, चलन अज के कल। जुगो जुग अटल चवर छतर तख दे मालिक, हाजरा हजूर ज़ारा ज़हूर। शब्द गुरु धन गुरु ग्रंथ साहिब सच्चे पातशाह महाराज जी दे पावन पवित्र निगी गोद अंदर जुड़ बैठे सतसंगी जनों, वड्डियां भागां वाले हो। सतगुरां दी अपार कृपा सदका ਅੰਮ੍ਰਿਤ ਵੇਲੇ ਦੇ ਪਾਵਨ ਦੀਵਾਨਾਂ ਅੰਦਰ ਆਪ ਜੀਆਂ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਜੋ ਸ਼ਲੋਕਾਂ ਦੀ ਆਰੰਭੀ ਹੋਈ ਹੈ, ਮਨੋ ਬਿਰਤੀਆਂ ਨੂੰ ਇਕਾਗਰ ਕਰੋ। ਬੜੇ ਪਿਆਰ ਨਾਲ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बाबा फरीद साहब अज 96 नंबर और 97 नंबर सलोक के अंदर जो रहमत करते ने, बाबा फरीद साहब के पावन बचन ने कि कंधी उत्ते रुखड़ा। कंधी तो भाव दरिया के कंढे के उपर जो रुख जमया होया है, ਤੇ ਜਦੋਂ ਛੱਲਾਂ ਆਉਂਦੀਆਂ ਨੇ ਲਹਿਰਾਂ ਦੇ ਵਿੱਚ, ਉਸ ਦਰਿਆ ਦੇ ਵਿੱਚ ਜਦੋਂ ਲਹਿਰਾਂ ਉੱਠਦੀਆਂ ਨੇ ਤੇ ਉਸ ਰੁਖੜੇ ਦੀ ਕਿਤਨੀ ਕੁ ਮਨਿਆਦ ਕੀਤੀ ਜਾ ਸਕਦੀ ਹੈ ਕਿ ਦਰਿਆ ਦੇ ਵਿੱਚ ਉੱਠਣ ਵਾਲੀਆਂ ਉਹਨਾਂ ਲਹਿਰਾਂ ਦਾ, ਉਹਨਾਂ ਛੱਲਾਂ ਦਾ ਇੱਕ ਐਸਾ ਤੂਫਾਨ ਆਏ ਕਿ ਉਹਨਾਂ ਰੁਖੜਿਆਂ ਨੂੰ, ਜੋ ਰੁੱਖ ਦਰਿਆ ਦੇ ਕੰਢੇ ਉੱਗੇ ਹੋਏ ਨੇ, उन्होंने रोड़ के लै जाए। बाबा फरीद साहब आखते हैं कि कंधी उत्ते रुखड़ा, किचरक बन्ने धीर। किचरक तो भाव कितना क चिर उदा भरोसा किया जाता है, धरवासा किया जा सकता है, वो धीरज करे। क्योंकि जदों भी दरिया भर के आया तो दरिया दियां छल्लां दे नाल ही वो जो दरख्त उगया हुआ रुख है, उन्होंने नाल रोड़ के लै जाता है। अगे बाबा फरीद साहब आखते हैं कि फरीदा कच्चे भांडे रखिए, किचर ताई नीर। कच्चे भांडे दे अंदर जे पानी रख दिता जाए तो कितना चिर वो घड़ा उस पानी नूं अपने अंदर संभाल पाएगा। हुण इस सलोक दे अंदर बाबा फरीद साहब आखते हैं कि इंसान तू ये संसार रूपी नदी दे मौत दे कंढे दे उपर खड़ा है, ते पता नहीं कदों मौत दी वो छल उठे और तेरू नाल लैके चले जाए। तेरे अगले साह दा भरोसा नहीं है।
ਜਿਵੇਂ ਦਰਿਆ ਦੇ ਕੋਲ ਉਹ ਉਗਿਆ ਹੋਇਆ ਉਹ ਰੁੱਖ ਜਿਹੜਾ ਹੈ ਕਿ ਛਲ ਪਾਣੀ ਦੀ ਆਏ ਔਰ ਨਾਲ ਰੋੜ ਕੇ ਲੈ ਜਾਏ, ਤੂੰ ਵੀ ਇਹ ਸੰਸਾਰ ਰੂਪੀ ਨਦੀ ਦੇ ਵਿੱਚ ਉਹ ਕਿਨਾਰੇ ਦੇ ਉੱਪਰ ਖੜਾ ਹੈ ਤੇ ਮੌਤ ਦੀ ਛਲ ਤੈਨੂੰ ਵੀ ਅਗਲੇ ਸਾਹ ਦਾ ਭਰੋਸਾ ਨਹੀਂ ਕਿ ਨਾਲ ਲੈ ਕੇ ਚਲੀ ਜਾਏ। ਤੇ ਪਾਣੀ ਦੀ ਔਰ ਘੜੇ ਦੀ ਗੱਲ ਕੀਤੀ, ਕਹਿੰਦੇ ਕਿ ਸਰੀਰ ਰੂਪੀ ਇਸ ਘੜੇ ਦੇ ਵਿੱਚ ਸਵਾਸਾਂ ਰੂਪੀ ਪਾਣੀ ਜਦੋਂ ਮੁੱਕ ਗਿਆ ਤੇ ਸੱਚ ਜਾਣਨਾ ਇਹ ਸਰੀਰ ਰੂਪੀ ਘੜੇ ਨੂੰ ਫਿਰ ਘਰ ਦੇ ਵਿੱਚ ਕੋਈ ਨਹੀਂ ਰੱਖਦਾ। ਅਗਲੇ ਸ਼ਲੋਕ ਅੰਦਰ ਬਾਬਾ ਫਰੀਦ ਸਾਹਿਬ ਨੇ ਰਹਿਮਤ ਕੀਤੀ, ਆਖਣ ਲੱਗੇ ਫਰੀਦਾ ਮਹਿਲ ਨਿਸਖਣ ਰਹਿ ਗਏ। ਜਿਨ੍ਹਾਂ ਮਹਿਲਾਂ ਨੂੰ ਬੜੇ ਮਸ਼ੱਕਤਾਂ ਦੇ ਨਾਲ ਮਨੁੱਖ ਨੇ ਤਿਆਰ ਕੀਤਾ, ਸੋਹਣੇ ਮਹਿਲ ਮਾੜੀਆਂ ਬਣਾਈਆਂ, ਅੱਜ ਆਖਣ ਲੱਗੇ ਉਹ ਨਿਸਖਣ ਰਹਿ ਗਏ, ਨਿਖਸਮੇ ਰਹਿ ਗਏ, ਉਹਨਾਂ ਅੰਦਰ ਕੋਈ ਵਸਣ ਵਾਲਾ ਨਹੀਂ ਰਿਹਾ। ਬੜੀਆਂ ਰੀਝਾਂ ਦੇ ਨਾਲ, ਬੜੇ ਯਤਨਾਂ ਦੇ ਨਾਲ ਉਹ ਮਹਿਲ ਤਿਆਰ ਕੀਤੇ ਸਨ, ਪਰ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਇਸ ਉਮਰ ਦਾ ਕੀ ਭਰੋਸਾ, ਜ਼ਿੰਦਗੀ ਦਾ ਕੀ ਭਰੋਸਾ ਹੈ ਕਿ ਜਿਹੜੇ ਮਹਿਲ ਬੜੀਆਂ ਰੀਝਾਂ ਨਾਲ ਤਿਆਰ ਕੀਤੇ ਸਨ, ਅੱਜ ਫਰੀਦਾ ਮਹਿਲ ਨਿਸਖਣ ਰਹਿ ਗਏ। ਵਾਸਾ ਆਇਆ ਤਲ ਤੇ ਐ ਮਨੁੱਖ ਤੇਰਾ ਵਾਸਾ ਹੁਣ ਕਬਰਾਂ ਦੇ ਵਿੱਚ ਹੋ ਗਿਆ ਹੈ। ਕਿਉਂਕਿ ਬਾਬਾ ਫਰੀਦ ਸਾਹਿਬ ਇਸਲਾਮ ਨੂੰ ਮੰਨਣ ਵਾਲੇ ਆਪਣੀ ਸਰਾਹ ਦੀ ਗੱਲ ਕਰਦੇ ਨੇ। ਇਸਲਾਮ ਧਰਮ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਮਨੁੱਖ ਜਦੋਂ ਸੰਸਾਰ ਤੋਂ ਚੜ੍ਹਾਈ ਕਰਦਾ ਹੈ, ਉਹਨੂੰ ਕਬਰ ਦੇ ਦਫਨਾਇਆ ਜਾਂਦਾ ਹੈ ਤੇ ਜਿੰਦ ਵੀ ਉਹਦੇ ਨਾਲ ਦਫਨ ਹੋ ਜਾਂਦੀ ਹੈ ਤੇ ਕਿਆਮਤ ਦੀ ਰਾਤ ਮੁਹੰਮਦ ਸਾਹਿਬ ਉਹਨਾਂ ਸਾਰੀਆਂ ਰੂਹਾਂ ਨੂੰ ਕਬਰਾਂ ਦੇ ਵਿੱਚੋਂ ਲੈ ਕੇ ਜਾਂਦੇ ਨੇ। ਕਹਿੰਦੇ ਕਿ ਜਿਨ੍ਹਾਂ ਕਬਰਾਂ ਦੇ ਨਾਲ ਤੋਂ ਬੜੀ ਨਫ਼ਰਤ ਕਰਦਾ ਸੀ ਨਾ, ਅੱਜ ਉਹਨਾਂ ਕਬਰਾਂ ਦੇ ਜਾ ਕੇ ਤੇਰਾ ਵਾਸਾ ਹੋ ਗਿਆ। ਤੇ ਅੱਗੇ ਆਖਦੇ ਨੇ ਕਿ ਗੋਰਾ ਸੈ ਨਿਮਾਣੀਆਂ ਬਹਿਸਨ ਰੂਹਾਂ ਮਲ, ਗੋਰਾ ਤੋਂ ਭਾਵ ਕਬਰਾਂ ਜੋ ਕਿ ਨਿਮਾਣੀਆਂ ਨੇ। ਨਿਮਾਣੀਆਂ ਤਾਂ ਸ਼ਬਦ ਵਰਤਿਆ ਬਾਬਾ ਫਰੀਦ ਸਾਹਿਬ ਨੇ ਕਿਉਂਕਿ ਗੋਰਾਂ ਦੇ ਨਾਲ ਲੋਕਾਂ ਦਾ ਨੇਹ ਨਹੀਂ, ਔਰ ਜਦੋਂ ਮਨੁੱਖ ਨੂੰ ਗੋਰਾਂ ਦੇ ਅੰਦਰ ਕਬਰਾਂ ਦੇ ਅੰਦਰ ਦਫਨ ਕਰਕੇ ਆਉਂਦੇ ਨੇ, ਉਸ ਤੋਂ ਬਾਅਦ ਫਿਰ ਉਹਦੀ ਕੋਈ ਸਾਰ ਨਹੀਂ ਲਈ ਜਾਂਦੀ। ਉਹਦੀ ਲੱਗੀਆਂ ਹੋਈਆਂ ਇੱਟਾਂ, ਲੱਗੇ ਹੋਏ ਪੱਥਰ ਗਿਰ ਜਾਂਦੇ ਨੇ। ਤੇ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਜਦੋਂ ਸੰਸਾਰ ਤੋਂ ਰੁਖਸਤ ਕਰਨ ਲੱਗਾ ਨਾ, ਉਹਨੇ ਇਹ ਗੱਲ ਕਹੀ ਸੀ ਕਿ ਮੇਰੀ ਕਬਰ ਦੇ ਕੋਲ ਕੋਈ ਦਰਖਤ ਵੀ ਨਾ ਹੋਏ, ਕਿਉਂਕਿ ਸੰਸਾਰ ਦੇ ਅੰਦਰ ਮੈਂ ਕੋਈ ਜ਼ਿਆਦਾ ਭਲੇ ਕਰਮ ਨਹੀਂ ਕੀਤੇ। ਮੈਂ ਚਾਹੁੰਦਾ ਹਾਂ ਕਿ ਮਰਨ ਤੋਂ ਬਾਅਦ ਮੇਰੀ ਕਬਰ ਜਿਹੜੀ ਹੈ ਉਹ ਵੀ ਧੁੱਪ ਦੇ ਵਿੱਚ ਸੜਦੀ ਰਹੇ, ਮੇਰੀ ਕਬਰ ਦੇ ਕੋਲ ਕੋਈ ਦਰਖਤ ਵੀ ਨਾ ਹੋਏ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਗੋਰਾ ਸਹਿ ਨਿਮਾਣੀਆਂ ਬਹਿਸਨ ਰੂਹਾਂ ਮਲ, ਰੂਹਾਂ ਨੇ ਜਾ ਕੇ ਉਹਨਾਂ ਕਬਰਾਂ ਨੂੰ ਜਾ ਕੇ ਮਲ ਲੈਣਾ ਹੈ। ਤੇ ਅਖੀਰ ਆਖਦੇ ਨੇ ਕਿ ਆਖੀ ਸ਼ੇਖਾ ਬੰਦਗੀ, ਆਖੀ ਤੋਂ ਭਾਵ ਆਖਿਆ ਹੈ, ਸ਼ੇਖਾ ਤੋਂ ਭਾਵ ਸ਼ੇਖ ਫਰੀਦ ਜੀ ਨੇ ਕਿ ਉਸ ਮਾਲਕ ਦੀ ਬੰਦਗੀ ਕਰ, ਚੱਲਣ ਅੱਜ ਕੇ ਕੱਲ, ਅੱਜ ਨਹੀਂ ਤੇ ਕੱਲ ਤੈਨੂੰ ਸੰਸਾਰ ਤੋਂ ਜਾਣਾ ਹੀ ਪੈਣਾ। ਤੇ ਸਤਿਗੁਰ ਆਖਦੇ ਨੇ ਕਿ ਮੌਤ ਦੇ ਕਿਨਾਰੇ ਦੇ ਉੱਪਰ ਤੂੰ ਟਿਕਿਆ ਹੋਇਆ ਹੈ, ਇਸ ਲਈ ਮਾਲਕ ਦੀ ਬੰਦਗੀ ਕਰ, ਬੰਦਗੀ ਦੇ ਨਾਲ ਹੀ ਸੰਸਾਰ ਰੂਪੀ ਭਉ ਸਾਗਰ ਤੂੰ ਤਰ ਸਕਦਾ ਹੈ। ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਪਹਿਲਾ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਹੈ। ਕਬੀਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਅੰਦਰ ਰਹਿਮਤ ਕਰਦੇ ਨੇ, ਆਖਦੇ ਨੇ ਕਿ ਜਦੋਂ ਮਾਂ ਬੱਚੇ ਨੂੰ ਪਿਆਰ ਦੇ ਦੇਖਦੀ ਹੈ ਨਾ, ਆਖਦੀ ਹੈ ਕਿ ਬੱਚਾ ਵੱਡਾ ਹੋ ਰਿਹਾ ਹੈ, ਪਰ ਹਕੀਕਤ ਇਹ ਹੈ ਕਿ ਹਰ ਇੱਕ ਸਵਾਸ ਦੇ ਨਾਲ ਮਨੁੱਖ ਦੀ ਉਮਰ ਘਟ ਰਹੀ ਹੈ। ਜਿਤਨੇ ਸਵਾਸ ਨਿਰੰਕਾਰ ਪਰਮਾਤਮਾ ਨੇ ਜੀਵ ਨੂੰ ਬਖਸ਼ੇ ਨੇ, ਹਰ ਇੱਕ ਸਵਾਸ ਦੇ ਨਾਲ ਮਨੁੱਖ ਦੀ ਉਮਰ ਘਟ ਰਹੀ ਹੈ। ਮਤਾਂ ਤੂੰ ਜਾਣੇ, ਤੂੰ ਸੰਸਾਰ ਅੰਦਰ ਵਾਧਾ ਕਰੇ। ਕੇਵਲ ਮਨੁੱਖ ਹੀ ਨਹੀਂ, ਸੰਸਾਰ ਅੰਦਰ ਦਿਸਦਾ ਹੋਇਆ ਸਾਰਾ ਪਸਾਰਾ ਜਿਹੜਾ ਹੈ ਉਸ ਦੇ ਉੱਪਰ ਸਮੇਂ ਦਾ ਪ੍ਰਭਾਵ ਹੈ ਤੇ ਸਮੇਂ ਦੇ ਕਰਕੇ ਹਰ ਇੱਕ ਚੀਜ਼ ਜਿਹੜੀ ਹੈ ਉਹ ਬਿਨਸ ਰਹੀ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਾਵਨ ਬਚਨ ਨੇ, ਤਿਲੰਗ ਰਾਗ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪਹਿਲਾ ਬਚਨ ਹੈ, ਉਹ ਆਖਦੇ ਨੇ ਯਕ ਅਰਜ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ।
ਗੁਰੂ ਪਾਤਸ਼ਾਹ ਆਖਦੇ ਨੇ ਕਿ ਯਕ ਅਰਜ, ਕਹਿੰਦੇ ਕਿ ਮਾਲਕ ਜੀ ਤੇਰੇ ਚਰਨਾਂ ਦੇ ਵਿੱਚ ਮੈਂ ਯਕ ਅਰਜ ਕਰਦਾ ਹਾਂ, ਅਰਜ ਕਰਦਾ ਹਾਂ ਭਾਵ ਕਿ ਬੇਨਤੀ ਕਰਦਾ ਹਾਂ, ਅਰਦਾਸ ਕਰਦਾ ਹਾਂ। ਯਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਤੇ ਮੇਰੀ ਬੇਨਤੀ ਨੂੰ ਕੰਨ ਦੇ ਕੇ ਬੜੇ ਧਿਆਨ ਦੇ ਨਾਲ ਤੂੰ ਸੁਣਨਾ ਕਰ। ਯਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਅੱਗੇ ਆਖਦੇ ਕਿ ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ, ਹੱਕਾ ਤੂੰ ਭਾਵ ਜੋ ਸੱਚਾ ਹੈ ਮਾਲਕ, ਕਬੀਰ ਤੋਂ ਭਾਵ ਜੋ ਸਭ ਤੋਂ ਵੱਡਾ ਹੈ, ਬੇਐਬ ਜਿਹਦੀ ਪਾਕ ਹਸਤੀ ਹੈ, ਜਿਸ ਅੰਦਰ ਕੋਈ ਐਬ ਨਹੀਂ, ਪਰਵਦਗਾਰ ਤੋਂ ਭਾਵ ਜੋ ਸਾਰਿਆਂ ਦੀ ਪਾਲਣਾ ਕਰਦਾ ਹੈ। ਬਾਬਾ ਨਾਨਕ ਆਖਦੇ ਨੇ ਕਿ ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ, ਇਹ ਦੁਨੀਆ ਜੋ ਹੈ, ਜੋ ਸੰਸਾਰ ਨਜ਼ਰ ਆ ਰਿਹਾ ਹੈ, ਇਹ ਫਾਨੀ ਹੈ, ਇਸ ਦਿਨ ਇੱਕ ਦਿਨ ਸੰਸਾਰ ਤੋਂ ਨਾਸ਼ ਹੋ ਜਾਣਾ ਹੈ। ਤਹਿਕੀਕ ਦਿਲਦਾਨੀ, ਆਪਣੇ ਦਿਲ ਅੰਦਰ ਇਹ ਮਨਾ ਤੂੰ ਵਿਚਾਰ ਕੇ ਦੇਖ, ਇਹ ਦੁਨੀਆ ਨੇ ਇੱਕ ਦਿਨ ਨਾਸ਼ਵੰਤ ਹੋ ਜਾਣਾ ਹੈ, ਜੋ ਦਿਸਦਾ ਹੋਇਆ ਸਾਰਾ ਪਸਾਰਾ ਹੈ। ਅੱਗੇ ਬਾਬਾ ਨਾਨਕ ਆਖਦੇ ਨੇ ਕਿ ਮਮ ਸਰ ਮੋਏ ਅਜ਼ਰਾਇਲ ਗ੍ਰਿਫਤ ਹੈ, ਮਮ ਤੋਂ ਪਾਉਂਦਾ ਮੇਰਾ, ਸਿਰ ਤੋਂ ਪਾਉ ਸੀਸ, ਮਮ ਸਰ ਮੂਏ, ਮੂਏ ਤੋਂ ਪਾਉਂਦਾ ਵਾਲ। ਆਖਦੇ ਨੇ ਕਿ ਮੇਰੇ ਵਾਲ ਜਿਹੜੇ ਨੇ ਉਹ ਗ੍ਰਿਫਤੈ ਨੇ, ਭਾਵ ਕਿ ਗ੍ਰਿਫਤ ਦੇ ਵਿੱਚ ਨੇ ਅਜਰਾਇਲ ਦੇ। ਅਜਰਾਇਲ ਫਰਿਸ਼ਤੇ ਨੇ, ਜੋ ਮੌਤ ਦਾ ਫਰਿਸ਼ਤਾ ਹੈ, ਉਹਨੇ ਮੇਰੇ ਵਾਲ ਆਪਣੇ ਹੱਥਾਂ ਦੇ ਨਾਲ ਪਕੜੇ ਹੋਏ ਨੇ। ਮਮ ਸਰ ਮੋਏ ਅਜ਼ਰਾਇਲ ਗ੍ਰਿਫਤੈ ਦਿਲ ਹੇਚ ਨਾ ਦਾਨੀ, ਆਪਣੇ ਦਿਲ ਅੰਦਰ ਇਹ ਸੋਚ ਲੈ, ਭਾਵ ਕਿ ਮਨੁੱਖ ਦੀ ਹਰ ਇੱਕ ਸਵਾਸ ਦੇ ਨਾਲ ਉਮਰ ਘਟ ਰਹੀ ਹੈ। ਜੀਵ ਤੋਂ ਮੌਤ ਰੂਪੀ ਨਦੀ ਦੇ ਕਿਨਾਰੇ ਦੇ ਉੱਪਰ ਖੜਾ ਹੈ, ਪਤਾ ਨਹੀਂ ਅਗਲੇ ਪਲ ਦਾ ਕਿ ਉਹ ਮੌਤ ਦੀ ਛਲ ਆਏ ਔਰ ਤੈਨੂੰ ਸੰਸਾਰ ਤੋਂ ਲੈ ਕੇ ਸੰਸਾਰ ਤੋਂ ਰੁਖਸਤ ਹੋ ਜਾਏ ਤੂੰ। ਕਿਉਂਕਿ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ, ਉਹ ਆਖਦੇ ਨੇ ਕਿ ਨੈ ਬਾਰਿਕ ਨੈ ਜੋਬਨੈ, ਨੈ ਬਿਰਧੀ ਕਛ ਬੰਦ, ਉਹ ਬੇਰਾ ਨਾ ਬੂਝੀਐ, ਜੋ ਆਏ ਪਰੈ ਜਮ ਫੰਦ। ਆਖਦੇ ਨੇ ਕਿ ਮੌਤ ਕਦੇ ਇਹ ਨਹੀਂ ਦੇਖਦੀ ਕਿ ਬਾਲਕ ਹੈ, ਮੌਤ ਇਹ ਵੀ ਨਹੀਂ ਦੇਖਦੀ ਕਿ ਇਹ ਜਵਾਨ ਹੈ, ਔਰ ਮੌਤ ਇਹ ਵੀ ਨਹੀਂ ਦੇਖਦੀ ਇਹ ਬੁੱਢਾ ਮਨੁੱਖ ਹੈ। ਨੈ ਬਾਰਿਕ ਨੈ ਜੋਬਨੈ, ਨੈ ਬਿਰਧੀ ਕਛ ਬੰਦ, ਉਹ ਬੇਰਾ ਨਾ ਬੂਝੀਐ, ਬੇਰਾ ਤੋਂ ਪਾਉਂਦੇ ਸਮਾਂ। ਮੌਤ ਨੇ ਵੇਲਾ ਵੀ ਨਹੀਂ ਦੇਖਣਾ ਕਿ ਸਵੇਰ ਦੇ ਵੇਲੇ ਦਾ ਵੇਲਾ ਹੈ, ਦੁਪਹਿਰ ਦਾ ਵੇਲਾ ਹੈ, ਸੰਧਿਆ ਵੇਲੇ ਦਾ ਵੇਲਾ ਹੈ। ਜਦੋਂ ਮੌਤ ਮਾਲਕ ਦਾ ਹੁਕਮ ਆ ਗਿਆ ਤੇ ਸੰਸਾਰ ਦੇ ਚੋਂ ਜੀਵਤ ਨੂੰ ਰੁਖਸਤ ਹੋਣਾ ਹੀ ਪੈਣਾ ਹੈ। ਉਹ ਬੇਰਾ ਨਾ ਬੂਝੀਐ, ਜੋ ਆਏ ਪਰੈ ਜਮ ਫੰਦ। ਜਦੋਂ ਮੌਤ ਦਾ ਫਰਿਸ਼ਤਾ ਆ ਗਿਆ ਤੇ ਸੰਸਾਰ ਦੇ ਵਿੱਚੋਂ ਤੈਨੂੰ ਜਾਣਾ ਪੈਣਾ ਹੈ। ਇੱਕ ਫਕੀਰ ਹੋਇਆ ਹੈ ਜਿਹਦਾ ਨਾਮ ਵਜੀਦਾ ਹੈ। ਵਜੀਦੇ ਨੇ ਗੱਲ ਲਿਖੀ, ਆਖਣ ਲੱਗਾ, ਉਹਨੇ ਦੋਹਰਾ ਉਚਾਰਨ ਕੀਤਾ ਵਜੀਦੇ ਨੇ, ਉਹ ਆਖਣ ਲੱਗਾ, ਇੱਕ ਨਾ ਦੇ ਕਰ ਪੁੱਤ, ਪੁੱਤਾਂ ਕਰ ਪੁੱਤਰੇ। ਕਹਿੰਦੇ ਕਿ ਇੱਕ ਐਸੇ ਨੇ ਜਿਨ੍ਹਾਂ ਦੇ ਘਰ ਪੁੱਤਰ ਨੇ ਤੇ ਪੁੱਤਰਾਂ ਦੇ ਅੱਗੇ ਪੁੱਤਰ ਨੇ, ਭਾਵ ਕਿ ਉਹ ਪੋਤਰੇ ਨੇ ਤੇ ਪੋਤਰਿਆਂ ਦੇ ਨਾਲ ਖੇਡਦੇ ਨੇ। ਆਖਦਾ ਕਿ ਇੱਕ ਨਾ ਦੇ ਕਰ ਪੁੱਤ, ਪੁੱਤਾਂ ਕਰ ਪੋਤਰੇ, ਇੱਕ ਨਾ ਦੇ ਕਰ ਧੀ, ਧੀਆਂ ਕਰ ਦੋਤਰੇ। ਇੱਕ ਐਸੇ ਨੇ ਜਿਨ੍ਹਾਂ ਦੇ ਘਰ ਧੀਆਂ ਨੇ ਤੇ ਧੀਆਂ ਦੇ ਅੱਗੇ ਬੱਚੇ ਉਹਦੇ ਦੋਤਰੇ ਲੱਗੇ। ਇੱਕ ਨਾ ਦੇ ਕਰ ਧੀ, ਧੀਆਂ ਕਰ ਦੋਤਰੇ। ਤੇ ਅੱਗੇ ਵਜੀਦਾ ਲਿਖਦਾ ਹੈ, ਇੱਕ ਨਾ ਦੇ ਕਰ ਇੱਕ, ਉਹ ਵੀ ਜਾਏ ਮਰ। ਕਹਿੰਦੇ ਜੇ ਕਿਸੇ ਦੇ ਘਰ ਕੇਵਲ ਇੱਕੋ ਹੀ ਔਲਾਦ ਹੋਏ ਔਰ ਉਹ ਵੀ ਸੰਸਾਰ ਤੋਂ ਰੁਖਸਤ ਹੋ ਜਾਏ, ਆਖਣ ਲੱਗੇ ਵਜੀਦਿਆ, ਕੌਣ ਕਹੇ ਸਾਹਿਬ ਨੂੰ ਇੰਜ ਨਾ ਇੰਜ ਕਰ। ਰੱਬ ਨੂੰ ਕੌਣ ਆਖੇ ਕਿ ਦਾਤਾ ਤੂੰ ਇਹ ਕੀ ਕੀਤਾ ਹੈ। ਕੇਵਲ ਇੱਕੋ ਹੀ ਪੁੱਤਰ ਸੀ, ਉਹ ਵੀ ਚਲਾ ਗਿਆ। ਕਹਿੰਦੇ ਇਹ ਤੇ ਰੱਬ ਦੀ ਮਰਜ਼ੀ ਹੈ। ਜੈਸੇ ਕਿਰਸਾਨ ਬੋਵੇ ਕਿਰਸਾਨੀ ਕਾਚੀ ਪਾਕੀ ਵੱਢ ਪਰਾਨੀ। ਕਿਸਾਨ ਦੀ ਆਪਣੀ ਮਰਜ਼ੀ ਹੈ, ਭਾਵੇਂ ਉਹ ਕੱਚੀ ਫਸਲ ਨੂੰ ਵੱਢ ਲੇ ਤੇ ਭਾਵੇਂ ਪੱਕੀ ਨੂੰ ਵੱਢ ਲੇ। ਹਰੀ ਨਾਹੀ ਨਾ ਡਡੂਰੀ,
पक्की वड्डण हार, लै लै दात पहुत्या, लावे कर तैयार, जा होआ हुक्म किरसान दाता, लुण मिणिया खेतार। ਜਦੋਂ ਖੇਤ ਦੇ ਮਾਲਕ ਦਾ ਹੁਕਮ ਹੁੰਦਾ ਨਾ ਤੇ ਜਿਹੜੇ ਕਾਮੇ ਲਗਾਏ ਹੁੰਦੇ ਨੇ ਉਹਨਾਂ ਨੂੰ ਹੁਕਮ ਹੁੰਦਾ ਕਿ ਸਾਰਾ ਖੇਤ ਵੱਢ ਦਿਓ। ਹੁਣ ਭਾਵੇਂ ਉਸ ਵਿੱਚ ਕੋਈ ਕੱਚੀ ਆ ਜਾਏ ਤੇ ਭਾਵੇਂ ਕੋਈ ਪੱਕੀ ਹੋਏ, ਉਹਨਾਂ ਨੇ ਤੇ ਆਪਣੇ ਮਾਲਕ ਦਾ ਹੁਕਮ ਮੰਨਣਾ ਹੈ। ਮੌਤ ਰੂਪੀ ਦੋ ਫਰਿਸ਼ਤੇ ਨੇ, ਉਹਨਾਂ ਨੇ ਮਾਲਕ ਦਾ ਹੁਕਮ ਮੰਨਣਾ ਹੈ। ਤੇ ਮੈਂ ਪਿਛਲੇ ਦਿਨੀ ਵੀ ਗੱਲ ਕੀਤੀ ਸੀ ਕਿ ਬਾਬਾ ਫਰੀਦ ਸਾਹਿਬ ਦੀ ਬਾਣੀ ਅੰਦਰ ਦੋ ਹੀ ਪ੍ਰਕਰਣ ਨੇ, ਇੱਕ ਤੇ ਰੱਬੀ ਪ੍ਰੀਤ ਔਰ ਦੂਸਰਾ ਮੌਤ। ਉਹਨਾਂ ਨੇ ਮੌਤ ਦਾ ਹਲੂਣਾ ਦੇ ਕੇ ਜੀਵ ਨੂੰ ਸਮਝਾਇਆ ਹੈ ਕਿ ਜੀਵ ਉਸ ਮਾਲਕ ਦੀ ਬੰਦਗੀ ਦੇ ਨਾਲ ਜੁੜ, ਤੂੰ ਸੰਸਾਰ ਦੇ ਸਦਾ ਚਿਰ ਰਹਿਣ ਵਾਲਾ ਨਹੀਂ ਹੈ। ਕਿਉਂਕਿ ਇਹ ਮਾਲਕ ਦੀ ਇਹ ਬਣਾਈ ਹੋਈ ਸਾਰੀ ਖਲਕਤ ਹੈ, ਸੰਸਾਰ ਉਸ ਮਾਲਕ ਦਾ ਬਣਾਇਆ ਹੋਇਆ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਰਤਾਰਪੁਰ ਦੀ ਧਰਤੀ ਦੇ ਉੱਪਰ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਕਿ ਜੋ ਸਭ ਤੋਂ ਪਹਿਲਾ ਬੱਚਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ ਸੀ, ਉਹਦਾ ਨਾਮ ਤਾਰੂ ਪੋਪਟ ਹੈ। ਬਾਬਾ ਬੁੱਢਾ ਜੀ ਦੀ ਗੱਲ ਕਰਦੇ ਹਾਂ, ਬਾਬਾ ਬੁੱਢਾ ਜੀ ਬਾਅਦ ਵਿੱਚ ਆਏ, ਪਹਿਲਾ ਜਿਹੜਾ ਹੈ ਉਹ ਤਾਰੂ ਪੋਪਟ ਆਇਆ। ਤੇ ਤਾਰੂ ਪੋਪਟ ਗੁਰੂ ਨਾਨਕ ਸੱਚੇ ਪਾਤਸ਼ਾਹ ਕਰਤਾਰਪੁਰ ਦੀ ਧਰਤੀ ਦੇ ਉੱਪਰ ਜਿੱਥੇ ਮਾਲਕ ਦੀ ਬੰਦਗੀ ਦੇ ਨਾਲ ਜੁੜਦੇ ਨੇ, ਸੰਗਤਾਂ ਆ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਜੁੜਦੀਆਂ ਨੇ। ਉਹ ਬੱਚਾ ਹੱਥ ਜੋੜ ਕੇ ਕਈ ਸਮਾਂ ਆ ਕੇ ਖੜਾ ਰਹਿੰਦਾ ਹੈ, ਬਾਣੀ ਸੁਣਦਾ ਰਹਿੰਦਾ ਹੈ। ਜਦੋਂ ਕਈ ਦਿਨ ਗੁਜ਼ਰੇ, ਬਾਬੇ ਨਾਨਕ ਨੇ ਬੁਲਾਇਆ ਕੋਲ, ਆਖਣ ਲੱਗੇ ਬੇਟਾ ਤੇਰਾ ਨਾਂ ਕੀ ਹੈ? ਕਹਿਣ ਲੱਗਾ ਜੀ ਤਾਰੂ। ਮਹਾਰਾਜ ਕਹਿਣ ਲੱਗੇ ਤੇਰੀ ਉਮਰ ਬੜੀ ਛੋਟੀ ਹੈ, ਇਸ ਉਮਰ ਅੰਦਰ ਹੀ ਤੈਨੂੰ ਰੱਬ ਦੀ ਚੇਟਕ ਲੱਗ ਗਈ ਹੈ। ਕਾਰਨ ਕੀ ਹੈ? ਉਹ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਇੱਕ ਦਿਨ ਦੀ ਗੱਲ ਹੈ ਕਿ ਮਾਂ ਨੇ ਮੈਨੂੰ ਆਖਿਆ ਬੇਟਾ ਮੈਂ ਕੋਈ ਕਾਰਜ ਕਰ ਰਹੀ ਹਾਂ ਤੇ ਤੂੰ ਘਰ ਦੇ ਵਿੱਚ ਚੁੱਲ੍ਹਾ ਬਾਲ ਦੇ। ਕਹਿਣ ਲੱਗੇ ਮਾਂ ਕੋਲੋਂ ਪੁੱਛ ਕੇ ਜਦੋਂ ਮੈਂ ਚੁੱਲ੍ਹਾ ਬਾਲਣ ਲੱਗਾ ਹਾਂ ਤੇ ਵਿੱਚ ਮੋਟੀਆਂ ਲੱਕੜਾਂ ਵੀ ਨੇ, ਛੋਟੀਆਂ ਲੱਕੜੀਆਂ ਵੀ ਨੇ, ਪਰ ਮੈਂ ਦੇਖਿਆ ਕਿ ਅੱਗ ਜਿਹੜੀ ਹੈ ਵੱਡੀਆਂ ਲੱਕੜਾਂ ਨੂੰ ਬਾਅਦ ਚ ਲੱਗੀ, ਛੋਟੀਆਂ ਨੂੰ ਪਹਿਲਾਂ ਲੱਗ ਗਈ। ਮੈਂ ਮਨ ਦੇ ਵਿਚਾਰਿਆ ਇਹ ਤੇ ਮਾਲਕ ਦੀ ਮਰਜ਼ੀ ਹੈ, ਕੋਈ ਜ਼ਰੂਰੀ ਨਹੀਂ ਮਨੁੱਖ ਸੰਸਾਰ ਦੇ ਵਿੱਚ ਬਿਰਧ ਹੋ ਕੇ ਹੀ ਜਾਏ। ਮਾਲਕ ਦੀ ਮਰਜ਼ੀ ਹੈ, ਭਾਵੇਂ ਉਹ ਜਵਾਨੀ ਦੇ ਵਿੱਚ ਵੀ ਚਲਾ ਜਾਏ। ਜੋ ਸਤਿਗੁਰ ਮਹਾਰਾਜ ਆਖਦੇ ਨੇ ਕਿ ਨਹਿ ਬਾਰਿਕ ਨੇ ਜੋਬਨੈ, ਨਹਿ ਬਿਰਦੀ ਕਜ ਬੰਦ, ਉਹ ਬੇਰਾ ਨਾ ਬੂਝੀਏ, ਜੋ ਆਏ ਪਰੈ ਜਮ ਫੰਦ। ਜਦੋਂ ਮੌਤ ਦਾ ਸੁਨੇਹਾ ਆ ਗਿਆ, ਮਾਲਕ ਦਾ ਹੁਕਮ ਆ ਗਿਆ ਤੇ ਸੰਸਾਰ ਦੇ ਚੋਂ ਜੀਵ ਨੂੰ ਜਾਣਾ ਪੈਣਾ ਹੈ। ਕਿਉਂਕਿ ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਵਿਡਾਣੀ ਰੇ। ਕਾਲ ਇਤਨਾ ਡਾਢਾ ਹੈ, ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਭਾਵੇਂ ਉਹ ਧਨਾਢ ਹੋਣ ਕਿ ਧਨਵੰਤਾ ਅਰ ਨਿਰਧਨ ਮੰਨੀ, ਤਾਂ ਕਿ ਕਛੂ ਨਾ ਕਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਵਿਡਾਣੀ ਰੇ। ਉਹ ਇਹ ਨਹੀਂ ਦੇਖਦਾ ਇਹ ਗਰੀਬ ਹੈ, ਉਹ ਇਹ ਨਹੀਂ ਦੇਖਦਾ ਇਹ ਅਮੀਰ ਹੈ। ਜਦੋਂ ਮਾਲਕ ਦਾ ਸੁਨੇਹਾ ਆ ਗਿਆ ਤੇ ਸੰਸਾਰ ਦੇ ਚੋਂ ਤੈਨੂੰ ਰੁਖਸਤ ਹੋਣਾ ਪੈਣਾ ਹੈ। ਮਸਕੀਨ ਜੀ ਇਹ ਗੱਲ ਕਿਹਾ ਕਰਦੇ ਸਨ ਕਿ ਮਨੁੱਖ ਪੰਜਾਂ ਤੱਤਾਂ ਦੇ ਨਾਲ ਬਣਿਆ ਹੋਇਆ ਹੈ, ਪੰਜਾਂ ਤੱਤਾਂ ਦਾ ਇਹ ਸਰੀਰ ਹੈ। ਤੇ ਜਦੋਂ ਇਸ ਸਰੀਰ ਰੂਪੀ ਭਾਂਡੇ ਦੇ ਵਿੱਚੋਂ ਆਤਮਾ ਨੇ ਉਡਾਰੀ ਮਾਰਨੀ ਹੈ, ਪੰਜ ਤੱਤ ਆਪਣੇ ਆਪਣੇ ਵਿੱਚ ਮਲੀਨ ਹੋ ਜਾਣਗੇ। ਪਾਣੀ ਪਾਣੀ ਦੇ ਵਿੱਚ, ਅਗਨ ਅਗਨ ਦੇ ਵਿੱਚ ਵਿਲੀਨ ਹੋ ਜਾਏਗੀ। ਇਹ ਪੰਜ ਤੱਤ ਆਪਣੇ ਦੇ ਵਿੱਚ ਵਿਲੀਨ ਹੋਣ, ਉਸ ਤੋਂ ਪਹਿਲਾਂ ਤੇਰੀ ਅੰਦਰ ਦੀ ਆਤਮਾ ਜਿਹੜੀ ਹੈ ਪਰਮਾਤਮਾ ਦਾ ਰੂਪ ਹੋ ਜਾਏ। ਜੀਵ ਤੇਰਾ ਇਹ ਤਨ ਸ਼ਮਸ਼ਾਨ ਪਹੁੰਚੇ, ਉਸ ਤੋਂ ਪਹਿਲਾਂ ਆਤਮਾ ਪਰਮਾਤਮਾ ਤੱਕ ਪਹੁੰਚ ਜਾਏ, ਕਾਲ ਅਕਾਲ ਤੱਕ ਪਹੁੰਚ ਜਾਏ। ਪਰ ਉਹ ਕਦੋਂ? ਜਦੋਂ ਮਾਲਕ ਦੇ ਚਰਨਾਂ ਦੇ ਨਾਲ, ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜੇਗਾ। ਸਤਿਗੁਰ ਮਹਾਰਾਜ ਜਿੱਥੇ ਫਰੀਦ ਸਾਹਿਬ ਨੇ ਅਖੀਰ ਵਿੱਚ ਆਖਿਆ ਕਿ ਆਖੀ ਸ਼ੇਖਾ ਬੰਦਗੀ, ਕਿ ਉਸ ਮਾਲਕ ਦੀ ਬੰਦਗੀ ਕੱਲ ਚੱਲਣ ਅੱਜ ਕੇ ਕੱਲ, ਅੱਜ ਨਹੀਂ ਤੇ ਕੱਲ ਤੈਨੂੰ ਸੰਸਾਰ ਤੋਂ ਰੁਖਸਤ ਹੋਣਾ ਹੀ ਪੈਣਾ ਹੈ, ਜਾਣਾ ਪੈਣਾ। ਹਕੀਕਤ ਹੈ। ਕੋਈ 4 ਦਿਨ ਪਹਿਲਾਂ ਜਾ ਰਿਹਾ ਹੈ, ਕੋਈ 4 ਦਿਨ ਬਾਅਦ ਵਿੱਚ, ਪਰ ਜਾਣਾ ਜ਼ਰੂਰ ਹੈ।
ਸਤਿਗੁਰ ਮਹਾਰਾਜ ਆਖਦੇ ਨੇ ਕਿ ਵਣਜ ਕਰੋ ਵਣਜਾਰਿਓ, ਵਖਰ ਲੇਹੁ ਸੰਭਾਲ, ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ। ਕਿ ਸੰਸਾਰ ਦੇ ਵਿੱਚ ਇਹ ਇਨਸਾਨ ਤੂੰ ਮਾਲਕ ਦਾ ਨਾਮ ਦਾ ਵਣਜਾਰਾ ਬਣ ਕੇ ਆਇਆ ਹੈ। ਪ੍ਰਭੂ ਦੇ ਨਾਮ ਰੂਪੀ ਸਰਮਾਏ ਦਾ ਵਣਜ ਕਰ, ਵਖਰ ਲੇਹੁ ਸੰਭਾਲ, ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ। ਜਿਸ ਨਾਮ ਰੂਪੀ ਵਸਤ ਦੇ ਨਾਲ ਨਿਭਣਾ ਹੈ। ਕਬੀਰ ਸਾਹਿਬ ਨੇ ਤੇ ਇੱਥੋਂ ਤੱਕ ਕਿਹਾ, ਉਹ ਆਖਦੇ ਨੇ ਕਿ ਏਕ ਘੜੀ ਆਦਿ ਘੜੀ, ਆਦਿ ਹੂੰ ਤੇ ਆਦ। ਕਹਿੰਦੇ ਤੂੰ ਇੱਕ ਘੜੀ ਉਸ ਮਾਲਕ ਦਾ ਨਾਮ ਜਪ, ਇੱਕ ਘੜੀ ਨਹੀਂ ਤੇ ਅੱਧੀ ਘੜੀ ਜਪ ਲੈ। ਆਧੀ ਘੜੀ ਵੀ ਮਨੁੱਖ ਆਖਦਾ ਕਿ ਸਮਾਂ ਨੇ ਤੇ ਆਦਿ ਹੂੰ ਤੇ ਆ, ਚੌਥਾ ਹਿੱਸਾ ਜਪ ਲੈ। ਕਿਉਂਕਿ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਜਦੋਂ ਭਗਤ ਪਿਆਰਿਆਂ ਦੀ ਗੋਸ਼ਟ ਕਰੇਗਾ, ਚਰਚਾ ਕਰੇਗਾ, ਵਿਚਾਰਾਂ ਕਰੇਗਾ, ਉਹ ਤੇਰੀ ਆਤਮਾ ਲਈ ਲਾਭਦਾਇਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੋ ਰੂਹਾਨੀਅਤ ਦੇ ਖਜ਼ਾਨੇ ਨੇ। ਦੇਖੋ ਗੁਰੂ ਪਿਆਰਿਓ, ਜੇ ਗੁਰੂ ਕਾ ਸਿੱਖ 4 ਅੰਕ ਵੀ ਰੋਜ਼ ਕਰੇ ਨਾ, 1 ਸਾਲ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਹਿਜ ਪਾਠ ਸਾਹਿਬ ਦਾ ਭੋਗ ਪੈ ਜਾਂਦਾ ਹੈ। 4 ਅੰਕ ਕਰੇ, ਔਰ ਜੇ 1 ਅੰਕ ਵੀ ਰੋਜ਼ ਕਰ ਲਏ ਤੇ 4 ਸਾਲਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹ ਲੈਂਦਾ ਹੈ। ਔਰ 1 ਅੰਕ ਪੜ੍ਹਨ ਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ, 2.5 ਤੋਂ 3 ਮਿੰਟ ਲੱਗਣਗੇ ਜੇ ਬੜੇ ਸਹਿਜ ਦੇ ਨਾਲ ਹੀ ਮਨੁੱਖ ਪੜ੍ਹੇ ਤੇ। ਇਤਨਾ ਵੀ ਸਮਾਂ ਜੇ ਅਸੀਂ ਗੁਰੂ ਪਰਮੇਸ਼ਰ ਦੇ ਨਾ ਕੱਟ ਸਕੀਏ ਤੇ ਜੀਵਨ ਫਿਰ ਕਾਸ ਨੂੰ ਮਿਲਿਆ। ਇਹ ਜੀਵਨ ਵੀ ਸੰਸਾਰ 'ਚ ਆਉਣ ਦਾ ਕੀ ਲਾਭ ਹੈ, ਜਿਸ ਮਾਲਕ ਦੀਆਂ ਇਤਨੀਆਂ ਅਨਾਇਤਾਂ, ਇਤਨੀਆਂ ਬਖਸ਼ਿਸ਼ਾਂ ਮੰਨ ਰਹੇ ਆ। ਇਸਲਾਮ ਧਰਮ ਦੇ ਵਿੱਚ ਕੁਰਾਨ ਸ਼ਰੀਫ ਦੇ ਅੰਦਰ ਇੱਕ ਪੰਕਤੀ ਹੈ। ਇਸਲਾਮ ਧਰਮ ਕਹਿੰਦਾ ਹੈ ਕਿ ਹਜ਼ਰਤ ਮੂਸਾ ਜੀ ਬੰਦਗੀ ਤੋਂ ਉੱਠੇ ਤੇ ਮਨ ਦੇ ਸੋਚਿਆ ਕਿ ਮੈਂ ਤੇ ਬੜਾ ਜਪ ਤਪ ਕਰਦਾ ਹਾਂ, ਬੜੀ ਬੰਦਗੀ ਕਰਦਾ ਹਾਂ। ਕਈ ਵਾਰ ਮਨੁੱਖ ਨੂੰ ਹੰਕਾਰ ਹੋ ਜਾਂਦਾ ਹੈ, ਭਈ ਮੈਂ ਤੇ ਗੁਰਦੁਆਰੇ ਰੋਜ਼ ਜਾਂਦਾ ਹਾਂ, ਮੈਂ ਤੇ ਬਾਣੀ ਪੜ੍ਹਦਾ ਹਾਂ। ਹਜ਼ਰਤ ਮੂਸਾ ਦਰਿਆ ਦੇ ਕੰਢੇ ਪਹੁੰਚੇ ਤੇ ਦਰਿਆ ਦੇ ਕੰਢੇ ਕੀ ਦੇਖਦੇ ਨੇ, ਜੋ ਅੱਜ ਦੇ ਸ਼ਲੋਕ ਅੰਦਰ ਵੀ ਬਾਬਾ ਫਰੀਦ ਸਾਹਿਬ ਨੇ ਕਿਹਾ। ਕਹਿੰਦੇ ਦਰਿਆ ਦੇ ਕੰਢੇ ਇੱਕ ਦਰਖਤ ਹੈ, ਪਾਣੀ ਦੀਆਂ ਛੱਲਾਂ ਆ ਰਹੀਆਂ ਨੇ, ਭਰੋਸਾ ਨਹੀਂ ਕਿ ਕਿਹੜੀ ਛੱਲ ਦੇ ਨਾਲ ਉਹ ਦਰਖਤ ਪਾਣੀ ਦੇ ਦਰਿਆ ਦੇ ਵਿੱਚ ਡੁੱਬ ਪਏ। ਇੱਕ ਟਾਹਣੀ ਜਿਹੜੀ ਹੈ ਉਸ ਦਰਖਤ ਦੀ ਉਸ ਦਰਿਆ ਦੇ ਵਿੱਚ ਲਟਕ ਰਹੀ ਹੈ, ਪਾਣੀ ਦੇ ਨਾਲ ਮਨੋਂ ਟੱਚ ਹੋ ਰਹੀ ਹੈ। ਇੱਕ ਛੋਟਾ ਜਿਹਾ ਪਰਿੰਦਾ ਜਿਹੜਾ ਬੈਠਾ ਹੋਇਆ ਹੈ ਉਸ ਟਾਹਣੀ ਦੇ ਉੱਪਰ ਔਰ ਮਾਲਕ ਦੇ ਗੀਤ ਗਾ ਰਿਹਾ ਹੈ। ਉਹ ਆਪਣੀ ਭਾਖਿਆ ਬੋਲੀ ਦੇ ਵਿੱਚ ਹੀ ਰੱਬੀ ਗੁਣ ਗਾ ਰਿਹਾ ਹੈ। ਹਜ਼ਰਤ ਮੂਸਾ ਪਹੁੰਚੇ, ਅੰਤਰ ਧਿਆਨ ਹੋਏ, ਕਹਿਣ ਲੱਗੇ ਇਹ ਛੋਟਾ ਜਿਹਾ ਪਰਿੰਦਾ ਕੀ ਗਾ ਰਿਹਾ ਹੈ। ਤੇ ਹਜ਼ਰਤ ਮੂਸਾ ਨੇ ਅੰਤਰ ਧਿਆਨ ਹੋ ਕੇ ਦੇਖਿਆ ਕਿ ਇਹ ਪਰਿੰਦਾ, ਇਹਨੂੰ ਖਾਣ ਨੂੰ ਭੋਜਨ ਨਹੀਂ ਮਿਲਿਆ, ਕਈ ਦਿਨਾਂ ਤੋਂ ਇਹ ਭੁੱਖਾ ਵੀ ਹੈ, ਔਰ ਦੂਸਰਾ ਨਿੰਦਰਾਵਲ ਦੇ ਵਿੱਚ ਵੀ ਹੈ, ਇਹਨੂੰ ਨੀਂਦ ਵੀ ਆ ਰਹੀ ਹੈ, ਪਰ ਫਿਰ ਵੀ ਟਾਹਣੀ ਦੇ ਉੱਪਰ ਬੈਠਾ ਹੋਇਆ ਉਸ ਮਾਲਕ ਦੇ ਗੁਣ ਗਾ ਰਿਹਾ। ਹਜ਼ਰਤ ਮੂਸਾ ਦਾ ਹੰਕਾਰ ਟੁੱਟ ਗਿਆ। ਕਹਿਣ ਲੱਗਾ ਉਹ ਮੂਸਾ ਤੇਰੇ ਕੋਲ ਤੇ ਇਹ ਪਰਿੰਦਾ ਅੱਗੇ ਵੱਧ ਗਿਆ। ਜਿਹੜੇ ਪਰਿੰਦੇ ਮਾਲਕ ਨੇ ਸੰਸਾਰ ਦੇ ਵਿੱਚ ਬਣਾਏ ਨੇ, ਕਹਿੰਦੇ ਕਿ ਇਹਨੂੰ ਖਾਣ ਨੂੰ ਰਿਜ਼ਕ ਨਹੀਂ ਮਿਲਿਆ, ਇਸ ਦੀ ਨੀਂਦ ਵੀ ਪੂਰੀ ਨਹੀਂ, ਔਰ ਦਰਿਆ ਦੇ ਕੰਢੇ ਜੋ ਦਰਖਤ ਹੈ ਅਗਲੀ ਛੱਲ ਦੇ ਨਾਲ ਉਹ ਦਰਖਤ ਪਾਣੀ ਦੇ ਡੁੱਬ ਸਕਦਾ ਹੈ। ਉਹਦੀ ਟਾਹਣੀ ਦੇ ਉੱਪਰ ਬੈਠਾ ਹੋਇਆ ਉਸ ਮਾਲਕ ਦੇ ਗੁਣ ਗਾ ਰਿਹਾ, ਪ੍ਰਭੂ ਦੀ ਸਿਫਤ ਸਲਾਹ ਕਰ ਰਹੇ ਹੈ। ਕਹਿੰਦੇ ਕਿ ਤੇਰੇ ਤੋਂ ਅੱਗੇ ਤੇ ਪਰਿੰਦਾ ਵੱਧ ਗਿਆ। ਸਤਿਗੁਰ ਮਹਾਰਾਜ ਆਖਦੇ ਨੇ ਕਿ ਪਤਾ ਨਹੀਂ ਅਗਲੇ ਭਰੋਸੇ ਦਾ, ਇਸ ਲਈ ਰੱਬ ਦੀ ਬੰਦਗੀ ਕਰ, ਪ੍ਰਭੂ ਦੀ ਸਿਫਤ ਸਲਾਹ ਕਰ। ਤੇ ਅੱਜ ਬਾਬਾ ਫਰੀਦ ਸਾਹਿਬ ਜੀ ਨੇ ਜੋ ਰਹਿਮਤ ਕੀਤੀ ਨਾ ਸ਼ਲੋਕਾਂ ਦੇ ਅੰਦਰ, ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਕੰਧੀ ਉੱਤੇ ਰੁਖੜਾ, ਕਿ ਦਰਿਆ ਦੇ ਕੰਢੇ ਦੇ ਉੱਪਰ ਰੁੱਖ ਉੱਗਿਆ ਹੋਇਆ ਹੈ। ਕਿਚਰਕ ਬੰਨੇ ਧੀਰ, ਕਿਤਨਾ ਇੱਕ ਧਰਵਾਸਾ ਕਰੇ, ਪਤਾ ਨਹੀਂ ਪਾਣੀ ਦੀ ਛਾਲ ਨੇ ਉਸ ਦਰਿਆ ਦੇ ਵਿੱਚ ਇਹਨੂੰ ਡੋਬ ਦੇਣਾ ਤੇ ਸੱਚ ਜਾਣਨਾ, ਇਹ ਜ਼ਿੰਦਗੀ ਦਾ ਵੀ ਕੋਈ ਭਰੋਸਾ ਨਹੀਂ। ਅੱਗੇ ਆਖਦੇ ਕਿ ਫਰੀਦਾ ਕੱਚੇ ਭਾਂਡੇ ਰੱਖੀ ਹੈ, ਕੱਚੇ ਭਾਂਡੇ ਦੇ ਕਿਤਨਾ ਚਿਰ ਪਾਣੀ ਰੱਖਿਆ ਜਾ ਸਕਦਾ ਹੈ।
ਪਾਣੀ ਬਹੁਤਾ ਸਮਾਂ ਉਸ ਕੱਚੇ ਭਾਂਡੇ ਦੇ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ। ਤੇ ਹਕੀਕਤ ਹੈ ਇਹ ਸਰੀਰ ਵੀ ਕੱਚੇ ਭਾਂਡੇ ਦੀ ਤਰ੍ਹਾਂ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਦੇ ਨੇ ਕਿ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਨੀ। ਜਿਵੇਂ ਘੜਾ ਫੁੱਟ ਜਾਏ, ਤਰੇੜ ਆ ਜਾਏ ਤੇ ਉਸ ਦੇ ਵਿੱਚੋਂ ਪਾਣੀ ਸਿਮ ਕੇ ਬਾਹਰ ਨਿਕਲ ਜਾਂਦਾ ਹੈ। ਇਹ ਸਵਾਸਾਂ ਰੂਪੀ ਘੜਾ ਸਰੀਰ ਜਿਹੜਾ ਹੈ, ਇਹਦੇ 'ਚ ਸਵਾਸਾਂ ਰੂਪੀ ਪਾਣੀ ਰੋਜ਼ ਹੀ ਮੁੱਕ ਰਿਹਾ ਹੈ। ਹਰ ਇੱਕ ਸਵਾਸ ਦੇ ਨਾਲ ਅੰਦਰੋਂ ਸਵਾਸਾਂ ਰੂਪੀ ਪਾਣੀ ਮੁੱਕ ਰਿਹਾ ਹੈ। ਜਬ ਲਗ ਤੇਲ ਦੀਵੇ ਮੁਖ ਬਾਤੀ, ਗੁਰਦੇਵ ਆਖਦੇ ਨੇ ਇਹ ਸਰੀਰ ਰੂਪੀ ਦੀਵੇ ਦੇ ਵਿੱਚ ਜਦੋਂ ਤੱਕ ਸਵਾਸਾਂ ਦਾ ਤੇਲ ਹੈ, ਉਸ ਵੇਲੇ ਤੱਕ ਇਹ ਬੱਤੀ ਜਗ ਰਹੀ ਹੈ। ਮਨੁੱਖ ਬੋਲ ਰਿਹਾ ਹੈ, ਮਨੁੱਖ ਸੰਸਾਰ ਦੇ ਵਿਚਰ ਰਿਹਾ ਹੈ। ਤੇਲ ਜਲੇ, ਸਵਾਸਾਂ ਰੂਪੀ ਜਦੋਂ ਤੇਲ ਜਲ ਗਿਆ, ਮੁੱਕ ਗਿਆ, ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਹਿ ਘਰੀ ਨਾ ਰੱਖੇ ਕੋਈ। ਹਕੀਕਤ ਹੈ ਫਿਰ ਕਿਸੇ ਨੇ ਘੜੀ ਵੀ ਘਰ 'ਚ ਨਹੀਂ ਰੱਖਣਾ। ਕਾਢੋ ਕਾਢੋ ਹੋਈ, ਫਿਰ ਪੁੱਛਿਆ ਜਾਣਾ ਵੀ ਕੱਢਣ ਦਾ ਸਮਾਂ ਕੀ ਹੈ। ਔਰ ਹਕੀਕਤ ਇਹ ਹੈ ਕਿ ਉਸ ਵੇਲੇ ਮਨੁੱਖ ਦਾ ਨਾਮ ਵੀ ਖਤਮ ਹੋ ਜਾਂਦਾ ਹੈ। ਉਸ ਵੇਲੇ ਇਹ ਪੁੱਛਿਆ ਜਾਂਦਾ ਹੈ ਕਿ ਸਰੀਰ ਨੂੰ ਕਦੋਂ ਸ਼ਮਸ਼ਾਨ ਲੈ ਕੇ ਜਾਓਗੇ। ਜਿਸ ਨੇ ਸਾਰੀ ਜ਼ਿੰਦਗੀ ਨਾਮ ਕਮਾਇਆ, ਉਸ ਵੇਲੇ ਨਾਮ ਆ ਕੇ ਉੱਥੇ ਹੀ ਖਤਮ ਹੋ ਗਏ ਆ। ਸਤਿਗੁਰ ਮਹਾਰਾਜ ਆਖਦੇ ਨੇ ਕਿ ਇਹ ਮਨੁੱਖ ਦੀ ਆਪਣੀ ਇਹ ਹੋਂਦ ਹੈ, ਜਿਹਨੂੰ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਇੱਟ ਸਿਰਹਾਣੇ ਭੋਏ ਸਵਣ, ਕੀੜਾ ਲੜਿਓ ਮਾਸ। ਬਾਬਾ ਫਰੀਦ ਸਾਹਿਬ ਦੇ ਜੀਵਨ ਦੀ ਘਟਨਾ ਹੈ। ਕਹਿੰਦੇ ਕਿ ਇੱਕ ਮਾਲਕ ਨੇ ਆਪਣੇ ਨੌਕਰ ਨੂੰ ਬੜਾ ਮਾਰਿਆ। ਕਿਸੇ ਨੇ ਪੁੱਛਿਆ ਵੀ ਇਤਨਾ ਕਿਉਂ ਮਾਰ ਰਹੇ ਹੋ? ਕਹਿੰਦੇ ਜਿਸ ਸੇਜਾ ਦੇ ਉੱਪਰ ਮੈਂ ਸੁੱਤਾ ਹਾਂ ਨਾ, ਇਹਨੇ ਚਾਦਰ ਸਹੀ ਨਹੀਂ ਵਿਛਾਈ, ਚਾਦਰ ਦੇ ਵਿੱਚ ਵੱਟ ਰਹਿ ਗਏ, ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਤੇ ਸਾਰੀ ਰਾਤ ਮੈਂ ਬਿਸਤਰੇ ਉੱਪਰ ਹੀ ਤੜਫਦਾ ਰਿਹਾ। ਉਹ ਕਹਿੰਦਾ ਤੂੰ ਉੱਠ ਕੇ ਆਪ ਹੀ ਸਿੱਧੀ ਕਰ ਲੈਂਦਾ ਜੇ ਨੀਂਦ ਨਹੀਂ ਆਈ ਤੇ। ਕਹਿਣ ਲੱਗਾ ਕੰਮ ਇਸ ਦਾ ਹੈ ਨੌਕਰ ਦਾ, ਇਹਨੂੰ ਤਨਖਾਹ ਦੇਂਦਾ ਇਸ ਦੇ ਬਦਲੇ ਮੇਂ। ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਕੁਝ ਸਮੇਂ ਬਾਅਦ ਉਸ ਨੂੰ ਜਾ ਕੇ ਕਬਰਸਤਾਨ ਦੇ ਵਿੱਚ ਮਿੱਟੀ ਖੋਹ ਤੇ ਜ਼ਮੀਨ ਦੇ ਲਿਟਾ ਦਿੱਤਾ ਗਿਆ। ਅੱਜ ਨਾ ਕੋਈ ਸਿਰਹਾਣਾ, ਨਾ ਕੋਈ ਰੇਸ਼ਮੀ ਕੱਪੜੇ ਔਰ ਨਾ ਹੀ ਮਖਮਲ ਦਾ ਬਿਸਤਰਾ ਹੈ। ਇੱਟ ਸਿਰਹਾਣੇ, ਇੱਟ ਦਾ ਸਿਰਹਾਣਾ ਦਿੱਤਾ ਗਿਆ। ਭੋਏ ਸਵਣ, ਜ਼ਮੀਨ ਦੇ ਵਿੱਚ ਲਿਟਾ ਦਿੱਤਾ ਗਿਆ, ਉੱਪਰ ਮਿੱਟੀ ਪਾ ਦਿੱਤੀ। ਕੁਝ ਸਮੇਂ ਬਾਅਦ ਕੀੜਾ ਲੜਿਓ ਮਾਸ, ਸਰੀਰ ਅੰਦਰ ਕੀੜੇ ਚੱਲਣ ਲੱਗ ਪਏ। ਕਿਤਨੇ ਯੁਗ ਵਾਪਰੇ, ਕਿਤਨੇ ਯੁਗ ਵਾਪਰ ਗਏ, ਇਕਤ ਪਿਆ ਪਾਸ, ਤੂੰ ਪਾਸਾ ਵੀ ਪਰਤ ਕੇ ਨਹੀਂ ਦੇਖਿਆ। ਇਹ ਇਨਸਾਨ ਕਾਹਦਾ ਤੂੰ ਗਰਵ ਕਰਦਾ ਹੈ? ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਤੇ ਮਿੱਟੀ ਦਾ ਪੁਤਲਾ। ਮਿੱਟੀ ਤੋਂ ਯਾਤਰਾ ਸ਼ੁਰੂ ਹੋਈ, ਮਿੱਟੀ ਤੱਕ ਪਹੁੰਚਣੀ ਹੈ। माटी को पुतरा कैसे नचत है, देखे देखे सुने बोले दोरियो फिरत है। जब कछ पावे तब गर्व करत है, माया गई तब रोवन लगत है। जदों कुछ प्राप्त करता है तो गर्व कर लेंदा है, तो जदों कुछ चला जाए रोन भी लग जाता है। हकीकत है इसकी। जिसने हिंदुस्तान की धरती पर राज किया, जिसका हिंदुस्तान की धरती पर किसी वेले हुक्म चलता सी, औरंगाबाद की धरती के उपर उदा कबर बनी ते उदी कबर के उपर कोई दिया बाती करने वाला भी नहीं सी। संत मस्कीन जी ने एक बार गल कही, वो कहन के उत्थे जो वो कबर की रखवाली करता है, लोगों को पैसे मांग के दिया बत्ती करता है। पर जिस औरंगजेब ने इतना कतलेआम किया, इतना जुल्म किया, औरंगाबाद की धरती पर उदी कबर बनी हुई है। कोई दीवे वस्ते भी, तेल वस्ते दे कोल पैसे नहीं ने, पर जिन्होंने शहीद किया गया बंदगी के अंदर रंगे हुए धन गुरु कलगीधर पातशाह महाराज का परिवार, धन गुरु तेग बहादुर सच्चे पातशाह, धन गुरु कलगीधर पातशाह महाराज के साहबजादे, उन्होंने स्थानों के उपर जाके देखो मोह और भोग के प्रवाह चल रहे हैं। जिहड़ा भी गया वो नाम बाणी के नाल भी तृप्त होता है और नाम रूपी भोग के नाल भी तृप्त होता है। यह इस मालिक की बंदगी की रहमत। इसलिए बाबा फरीद साहब ने दूसरे श्लोक अंदर रहमत की, आखन लगे फरीदा महल निसखण रह गए,
ਜਿਨ੍ਹਾਂ ਮਹਿਲਾਂ ਨੂੰ ਬੜੇ ਸਦਰਾਂ ਦੇ ਨਾਲ ਬਣਾਇਆ ਸੀ, ਭਾਵੇਂ ਉਹ ਤਾਜ ਮਹਿਲ ਹੈ ਤੇ ਭਾਵੇਂ ਲਾਲ ਕਿਲਾ ਹੈ, ਅੱਜ ਕੌਣ ਵਸ ਰਿਹਾ ਉੱਥੇ? ਸਾਲ ਬਾਅਦ ਇੱਕ ਅੱਧੀ ਵਾਰ ਝੰਡਾ ਜ਼ਰੂਰ ਨੂੰ ਚੜਾ ਦਿੰਦੇ ਨੇ, ਉੱਥੇ ਕੋਈ ਨਹੀਂ ਰਹਿੰਦਾ। ਉੱਥੇ ਮਹਿਲ ਸਖਣ ਰਹਿ ਗਏ ਵਾਸਾ ਆਇਆ ਤਲ, ਕਹਿੰਦੇ ਕਿ ਹਕੀਕਤ ਦੇ ਤੈਨੂੰ ਜਾ ਕੇ ਕਬਰਾਂ ਦੇ ਵਿੱਚ ਹੀ ਥਾਂ ਮਿਲਣੀ ਹੈ। ਗੋਰਾ ਸਹਿ ਨਿਮਾਣੀਆਂ ਬੈਸਨ ਰੂਹਾਂ ਮਲ ਆਖੀ ਸ਼ੇਖਾ ਬੰਦਗੀ। ਫਰੀਦ ਸਾਹਿਬ ਆਖਦੇ ਨੇ ਕਿ ਆਖੀ ਤੋਂ ਭਾਵ ਆਖਿਆ ਸ਼ੇਖ ਜੀ ਨੇ, ਭਾਵ ਕਿ ਫਰੀਦ ਜੀ ਨੇ ਮਾਲਕ ਦੀ ਬੰਦਗੀ ਕੱਲ ਚੱਲਣ ਅੱਜ ਕੇ ਕੱਲ, ਅੱਜ ਨੇ ਤੇ ਭਲਕੇ ਤੈਨੂੰ ਜਾਣਾ ਪੈਣਾ ਹੈ, ਪਰ ਜਾਣ ਤੋਂ ਪਹਿਲਾਂ ਆਪਣੇ ਜੀਵਨ ਨੂੰ ਸਵਾਰ ਲੈ। ਫਿਰ ਰੇ ਦਰਗਾਹ ਕਹ ਨਾ ਕਹੂ ਆਓ ਬੈਠ ਆਦਰ ਸਭ ਦਿਓ। ਫਿਰ ਗੁਰਮੁਖ ਜਨਮ ਸਵਾਰ ਦਰਗਾਹ ਚਲਿਆ ਸੱਚੀ ਦਰਗਾਹ ਜਾਏ। ਸੱਚਾ ਪੜ ਮਲਿਆ ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਪਾਵਨ ਬਚਨ ਹਿਰਦੇ ਵਸ ਜਾਣ। ਬੋਲਦਿਆਂ ਬੇਅੰਤ ਭੁੱਲਾ ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਯੋਗ ਹੈ। ਬਖਸ਼ ਦੇਣਾ ਜੀ, ਆਖੋ ਪਿਆਰ ਨਾਲ ਵਾਹਿਗੁਰੂ ਜੀ।